ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਆਤ ਅਨੰਤ ਵਰਣਨੰ ਕਬਿਤ। ਪ੍ਰਥਮ ਹੈ ਮਾਇਆ ਮੈਂ ਪ੍ਰਵਿਸ਼ਟ ਹੋਵੈ ਆਕਾਸ਼ ਵਾਯੂ ਤੇਜ ਨੀਰ ਪ੍ਰਿਥਵੀ ਮੈਂ ਵਿਆਪਕ ਅਨੰਤ ਹੈ। ਥੇਰ ਚਾਰ ਜੀਵ ਜਿਤੇ ਜਗ ਮੈਂ ਜਗਮਗਾਤ ਸਭ ਮੈਂ ਪ੍ਰਗਟ ਏਕ ਚੇਤਨ ਅਨੰਤ ਹੈ। ਪ੍ਰਥਮ ਹੈ ਮਾਇਆ ਮੈਂ ਪ੍ਰਵਿਸ਼ਟ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਧਿਆਤਮ ਪ੍ਰਕਾਸ਼ ਦੇ ਆਪਾਂ ਕਾਫੀ ਛੰਦ ਜਿਹੜੇ ਆ ਉਹ ਕਰ ਚੁੱਕੇ ਹਾਂ। ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਹੈ ਅੱਗੇ ਤੋਂ ਅੱਗੇ ਵਿਚਾਰ ਚੱਲ ਰਹੀ ਹੈ। ਜੋ ਬ੍ਰਹਮ ਦੇ ਅਥਵਾ ਆਤਮਾ ਦੇ 12 ਵਿਸ਼ੇਸ਼ਣ ਗੁਰੂ ਵੱਲੋਂ ਕਹੇ ਗਏ ਸੀ, ਸਿੱਖ ਦੇ ਪੁੱਛਣੇ ਤੇ ਗੁਰੂ ਜੀ ਦੱਸ ਰਹੇ ਹੈ। 6 ਆਪਾਂ ਜਿਹੜੇ ਪੜ੍ਹ ਚੁੱਕੇ ਹਾਂ। ਅੱਜ 7ਵਾਂ ਵਿਸ਼ੇਸ਼ਣ ਜਿਹਦਾ ਨਾਮ ਅਨੰਤ ਹੈ, ਉਹਦਾ ਜਿਹੜਾ ਵਿਚਾਰ ਵਟਾਂਦਰਾ ਆਰੰਭ ਹੋਣ ਲੱਗਾ ਹੈ। ਆਥ ਅਨੰਤ ਵਰਣਨੰ। ਹੁਣ ਅਨੰਤ ਭਾਵ ਜੋ ਬੇਅੰਤ ਬੇਅੰਤੀ ਜਿਹਦਾ ਅੰਤ ਕੋਈ ਨਹੀਂ ਹੈ, ਉਸ ਬ੍ਰਹਮ ਦੇ ਇਸ ਅਨੰਤ ਨਾਮੇ ਵਿਸ਼ੇਸ਼ਣ ਦਾ ਵਰਣਨ ਕਥਨ ਕਰਦੇ ਹਾਂ। ਕਬਿਤ ਪ੍ਰਥਮ ਹੈ ਮਾਇਆ ਮੈਂ ਪ੍ਰਵਿਸ਼ਟ ਹੋਵੈ ਆਕਾਸ਼ ਵਾਯੂ। ਸਭ ਤੋਂ ਪਹਿਲਾਂ ਪਰਮਾਤਮਾ ਨੇ ਮਾਇਆ ਵਿੱਚ ਪ੍ਰਵੇਸ਼ ਹੋ ਕਰਕੇ ਪ੍ਰਤੀਬਿੰਬ ਰੂਪ ਤੇ ਆਕਾਸ਼ ਵਾਯੂ ਹਵਾ ਤੇਜ ਨੀਰ ਪ੍ਰਿਥਵੀ ਮੈਂ ਵਿਆਪਕ ਅਨੰਤ ਹੈ। ਤੇਜ ਅੱਗ ਨੀਰ ਪਾਣੀ ਪ੍ਰਿਥਵੀ ਦੇ ਧਰਤੀ ਦੇ ਮੈਂ ਕਈ ਵਿੱਚ ਵਿਆਪਕ ਹੋਇਆ ਗਣੰਤ ਹੈ ਜਾਣੀਦਾ ਹੈ। ਭਾਵ ਇਹ 5 ਤੱਤ ਜਿਹੜੇ ਆਪ ਵਾਯ ਪ੍ਰਿਥਵੀ ਤੇਜ ਆਕਾਸ਼ਾ, ਇਹ 5 ਤੱਤਾਂ ਵਿੱਚ ਹੀ ਉਹ ਬ੍ਰਹਮ ਹੀ ਵਿਆਪਕ ਗਣੰਤ ਕਹੀਏ ਜਾਣੀਦਾ ਹੈ। ਉਸ ਪਰਮਾਤਮਾ ਨੇ ਸਭ ਤੋਂ ਪਹਿਲਾਂ ਮਾਇਆ ਵਿੱਚ ਪ੍ਰਵੇਸ਼ ਹੋ ਕੇ ਤੇ 5 ਤੱਤਾਂ ਦੀ ਜਿਹੜੀ ਪੈਦਾਇਸ਼ ਕੀਤੀ। ਸਥੂਲ ਤੱਤ ਆਕਾਸ਼ ਵਾਯੂ ਤੇਜ ਨੀਰ ਪ੍ਰਿਥਵੀ, ਤੇ ਇਹਨਾਂ ਵਿੱਚ ਵਿਆਪਕ ਆਪਣੇ ਆਪ ਨੂੰ ਗਣੰਤ ਕਹੀਏ ਜਨਾਉਣਾ ਕੀਤਾ, ਜਾਂ ਫਿਰ ਇਹਨਾਂ 5 ਤੱਤਾਂ ਵਿੱਚ ਵੀ ਉਹੋ ਹੀ ਪਰਮੇਸ਼ਰ ਵਿਆਪਕ ਗਣੰਤ ਜਾਣੀਦਾ ਹੈ, ਗਿਣਿਆ ਜਾਂਦਾ ਹੈ। ਥੇਰ ਚਾਰ ਜੀਵ ਜਿਤੇ ਜਗ ਮੈਂ ਜਗਮਗਾਤ। ਥੇਰ ਕਹੀਏ ਇੱਕ ਥਾਂ ਟਿਕੇ ਰਹਿਣ ਵਾਲੇ ਭਾਵ ਜੜ। ਚਾਰ ਕਹੀਏ ਤੁਰ ਫਿਰਨ ਵਾਲੇ ਭਾਵ ਚੇਤਨ। ਜੜ ਚੇਤਨ ਜੀਵ ਜਿਤੇ ਜਿੰਨੇ ਵੀ ਹੈ ਜਗ ਮੈਂ ਸੰਸਾਰ ਵਿੱਚ, ਤੇ ਉਹ ਜਗਮਗਾਤ ਜਿਸ ਦੀ ਸੱਤਾ ਨਾਲ ਜਗਮਗਾਤ ਇਹ ਸੰਸਾਰ ਵਿੱਚ ਪ੍ਰਕਾਸ਼ਮਾਨ ਹੋ ਰਹੇ ਹੈ। ਜੜ ਵੀ ਰੁੱਖ ਆਦਿਕ ਵੇਖੋ ਹਰਿਆਲੀਆਂ ਦੇ ਵਿੱਚ ਆ ਰਹੀਆਂ। ਚੇਤਨ ਛੋਟੇ ਤੋਂ ਜੀਵ ਤੋਂ ਲੈ ਕੇ ਵੱਡੇ ਜੀਵਾਂ ਤੱਕ, ਜੰਤੂਆਂ ਤੋਂ ਲੈ ਕੇ ਜੀਵਾਂ ਤੱਕ, ਭਾਵ ਜੜ ਚੇਤਨ ਜੀਵ ਜਿੰਨੇ ਵੀ ਆ ਸੰਸਾਰ ਦੇ ਵਿੱਚ ਸਾਰੇ ਜਗਮਗਾਤ ਜਗਮਗ ਜਗਮਗ ਪ੍ਰਕਾਸ਼ਵਾਨ ਹੋ ਰਹੇ ਹੈ, ਜਿਹਦੀ ਸੱਤਾ ਨੂੰ ਪਾ ਕੇ ਸਭ ਮੈਂ ਪ੍ਰਗਟ ਇੱਕ ਚੇਤਨ ਅਨੰਤ ਹੈ। ਉਹਨਾਂ ਸਭ ਮੈਂ ਕਹੀਏ ਸਾਰਿਆਂ ਵਿੱਚ ਇੱਕ ਚੇਤਨ ਹੀ ਪ੍ਰਗਟ ਅਨੰਤ ਹੈ ਕਥਨ ਕਰੀਦਾ ਹੈ। ਜਿੰਨੇ ਜੀਵ ਪ੍ਰਕਾਸ਼ਵਾਨ ਹੋ ਰਹੇ ਨਾ, ਸਾਰਿਆਂ ਵਿੱਚ ਇੱਕੋ ਚੇਤਨ ਉਹ ਬ੍ਰਹਮੀ ਪ੍ਰਗਟ ਅਨੰਤ ਕਥਨ ਕਰੀਦਾ ਹੈ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਜੋਤ ਜੋਤ ਹੈ ਸੋਏ, ਉਸੇ ਦੀ ਜੋਤ ਆ ਚੇਤਨਤਾ, ਤੇ ਤਿਸ ਦਾ ਚਾਨਣ ਉਸੇ ਪਰਮੇਸ਼ਰ ਦੇ ਚਾਨਣ ਪ੍ਰਕਾਸ਼ ਕਰਕੇ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਹੀ ਚਾਨਣ ਹੋ ਰਿਹਾ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਸਿੱਖਿਆ ਦੁਆਰਾ ਹੀ
ਉਹ ਜੋਤ ਆਪਣੇ ਅੰਦਰ ਹੀ ਪ੍ਰਗਟ ਹੋ ਜਾਂਦੀ ਹੈ ਗਿਆਨ ਦੇ ਰਾਹੀਂ। ਅੱਗੇ ਪ੍ਰਮਾਣ ਦੇ ਰਹੇ ਹੈ, ਜੈਸੇ ਘਟ ਮਟ ਮਧ ਪਹਿਲੇ ਆਕਾਸ਼ ਥਿਰ। ਜੈਸੇ ਕਹੀਏ ਜਿਸ ਪ੍ਰਕਾਰ ਘਟ ਘੜੇ ਵਿੱਚ ਮਠ ਮਕਾਨ, ਜੋਗੀਆਂ ਦੇ ਰਹਿਣ ਵਾਲੇ ਮਠ ਜਾਂ ਮਠ ਮਕਾਨ ਸਿੱਧਾ ਹੀ, ਤੇ ਉਹਨਾਂ ਦੇ ਮੱਧ ਕਹੀਏ ਵਿੱਚ ਪਹਿਲੇ ਆਕਾਸ਼ ਥਿਰ, ਪਹਿਲਾਂ ਹੀ ਆਕਾਸ਼ ਜਿਹੜਾ ਥਿਰ ਸਥਿਤ ਹੁੰਦਾ ਹੈ। ਹੁਣ ਆ ਮਕਾਨ ਆ, ਹਾਂਜੀ, ਤੇ ਇਹ ਮਕਾਨ ਤੋਂ ਪਹਿਲਾਂ ਆਕਾਸ਼ ਸੀ, ਮਹਾਂ ਆਕਾਸ਼। ਤੇ ਇਹ ਜਦੋਂ ਮਕਾਨ ਦੀ ਚਾਰ ਦੀਵਾਰੀ ਕਰ ਦਿੱਤੀ, ਛੱਤ ਪਾ ਦਿੱਤੀ, ਉਹਦੇ ਅੰਦਰਲਾ ਜਿਹੜਾ ਖਾਲੀ ਸਥਾਨ ਉਹਦਾ ਨਾਮ ਮਠਾ ਆਕਾਸ਼ ਪੈ ਗਿਆ। ਪਰ ਆਕਾਸ਼ ਤੇ ਪਹਿਲਾਂ ਹੀ ਸੀ ਨਾ, ਆਕਾਸ਼ ਤੇ ਪਹਿਲਾਂ ਹੀ ਸੀ, ਤੇ ਉਹ ਬਾਅਦ 'ਚ ਤੇ ਬਣਿਆ ਨਹੀਂ ਹੈ ਵੀ ਜਿਵੇਂ ਮਕਾਨ ਬਣਨ ਤੋਂ ਬਾਅਦ ਉਹ ਆਕਾਸ਼ ਬਣਿਆ। ਮਹਾਂਕਾਸ਼ ਦਾ ਇੱਕ ਹਿੱਸਾ ਹੀ ਇਹ ਕਮਰੇ ਵਿੱਚ ਆਉਣ ਕਰਕੇ ਮਠਾ ਆਕਾਸ਼ ਹੋ ਗਿਆ। ਘੜੇ ਤੋਂ ਪਹਿਲਾਂ ਵੀ ਆਕਾਸ਼ ਸੀ ਵਿਆਪਕ, ਘੜੇ ਦੇ ਬਣਨੇ ਕਰਕੇ ਘੜੇ ਵਿਚਲਾ ਖਾਲੀ ਸਥਾਨ ਨੂੰ ਘਟਾ ਆਕਾਸ਼ ਕਹਿ ਦਿੱਤਾ। ਪਰ ਘੜੇ ਦੀ ਉਪਾਧੀ ਕਰਕੇ, ਮਕਾਨ ਦੀ ਉਪਾਧੀ ਕਰਕੇ ਆਕਾਸ਼ ਦੇ ਦੋ ਨਾਂ ਜ਼ਰੂਰ ਪੈ ਗਏ, ਪਰ ਆਕਾਸ਼ ਪਹਿਲਾਂ ਹੀ ਸਥਿਤ ਸੀ। ਜਦੋਂ ਮਕਾਨ ਟੁੱਟ ਜਾਏਗਾ ਉਦੋਂ ਵੀ ਆਕਾਸ਼ ਸਥਿਤ ਹੈ, ਜਦੋਂ ਘੜਾ ਟੁੱਟ ਜਾਏਗਾ ਉਦੋਂ ਵੀ ਆਕਾਸ਼ ਸਥਿਤ ਹੈ। ਭਾਵ ਪਹਿਲਾਂ ਵੀ ਆਕਾਸ਼ ਸੀ, ਘੜਾ ਤੇ ਮਕਾਨ ਬਣਨ ਵਿੱਚ ਵੀ ਆਕਾਸ਼ ਸੀ, ਜਦੋਂ ਟੁੱਟ ਭੱਜ ਜਾਣਗੇ ਤਾਂ ਵੀ ਆਕਾਸ਼ ਸਥਿਤ ਹੀ ਰਹਿੰਦਾ ਹੈ। ਮੁੱਖ ਦੀ ਗੱਲ ਇੱਥੇ ਇੰਨੀ ਆ, ਜੈਸੇ ਘਟ ਮਟ ਮੱਧ ਪਹਿਲੇ ਆਕਾਸ਼ ਥਿਰ। ਜਿਵੇਂ ਘੜੇ ਵਿੱਚ ਮਕਾਨ ਵਿੱਚ ਆਕਾਸ਼ ਪਹਿਲਾਂ ਤੋਂ ਸਥਿਤ ਹੁੰਦਾ ਹੈ, ਹਾਂਜੀ, ਤੇ ਤੈਸੇ ਘਟ ਮਟ ਮੱਧ ਪਹਿਲੇ ਮਨੰਤ ਹੈ। ਤੈਸੇ ਕਿ ਤਿਵੇਂ ਘੜੇ ਤੇ ਮਠ ਮਕਾਨਾਂ ਦੇ ਮੱਧ ਕੇ ਵਿੱਚ ਬ੍ਰਹਮ ਵੀ ਪਹਿਲਾਂ ਹੀ ਮਨੰਤ ਮੰਨਿਆ ਜਾਂਦਾ ਹੈ। ਘੜਿਆਂ ਦੀ ਨਿਆਈ ਹਿਰਦਿਆਂ ਵਿੱਚ, ਮਠਾਂ ਦੀ ਨਿਆਈ ਸਰੀਰਾਂ ਵਿੱਚ ਪਹਿਲਾਂ ਹੀ ਮੰਨਿਆ ਜਾਂਦਾ ਹੈ। ਉਹ ਪਰਮੇਸ਼ਰ ਸਦਾ ਹੀ ਵਿਆਪਕ ਉਹਦੀ ਬੇਅੰਤਤਾ ਜਣਾ ਰਹੇ ਆ ਵੀ ਜਿਵੇਂ ਆਕਾਸ਼ ਪਹਿਲਾਂ ਹੀ ਸੀ ਘੜੇ ਮਕਾਨ ਤੋਂ ਬਣਨ ਤੋਂ ਪਹਿਲਾਂ, ਇਸੇ ਤਰ੍ਹਾਂ ਸਰੀਰਾਂ ਰੂਪੀ ਘੜੇ, ਹਿਰਦੇ, ਮਠਾਂ ਰੂਪੀ ਸਰੀਰ, ਇਹਨਾਂ ਦੇ ਬਣਨ ਤੋਂ ਪਹਿਲਾਂ ਹੀ ਜਿਹੜਾ ਬ੍ਰਹਮ ਮੰਨਿਆ ਜਾਂਦਾ ਹੈ, ਪਹਿਲਾਂ ਹੀ ਪਰਿਪੂਰਨ ਹੈ। ਬ੍ਰਹਮ ਵਿਆਪਕ ਹੀ ਵਿਆਪਕ ਹੈ, ਉਹ ਕਦੀ ਖਤਮ ਨਹੀਂ ਹੁੰਦਾ। ਘੜਾ ਟੁੱਟਣ ਨਾਲ ਆਕਾਸ਼ ਖਤਮ ਨਹੀਂ ਹੁੰਦਾ, ਮਕਾਨ ਟੁੱਟਣ ਨਾਲ ਆਕਾਸ਼ ਖਤਮ ਨਹੀਂ ਹੁੰਦਾ। ਬਸ ਇਸੇ ਤਰ੍ਹਾਂ ਹੀ ਘੜਿਆਂ ਦੀ ਨਿਆਈ ਜਿਹੜੇ ਹਿਰਦੇ ਆ, ਮਠ ਦੇ ਨਿਆਈ ਸਰੀਰ ਆ, ਉਹਨਾਂ ਤੋਂ ਪਹਿਲਾਂ ਹੀ ਜਿਹੜਾ ਪਰਮਾਤਮਾ ਮੰਨਿਆ ਜਾਂਦਾ। ਸਰੀਰ ਦੀ ਬਣਤਰ ਨਾਲ ਪਰਮਾਤਮਾ ਦੀ ਹੋਂਦ ਨਹੀਂ ਹੈ, ਆਤਮਾ ਦੀ ਹੋਂਦ ਨਹੀਂ, ਉਹ ਪਹਿਲਾਂ ਹੀ ਹੈ। ਜਿਵੇਂ ਆਕਾਸ਼ ਘੜੇ ਤੇ ਮਕਾਨ ਬਣ ਤੋਂ ਪਹਿਲਾਂ ਹੀ ਹੁੰਦਾ ਸਥਿਤ, ਇਸੇ ਤਰ੍ਹਾਂ ਹੀ ਨਾ ਕਈ ਥਾਵਾਂ 'ਤੇ ਇੱਥੇ ਪਾਠ ਜਿਹੜਾ ਵਾ ਘੱਟ ਪਾਠ ਵੀ ਹੈ। ਤੈਸੇ ਘਟ ਮੱਧ ਪਹਿਲੇ ਮਨੰਤ ਹੈ। ਇਸੇ ਤਰ੍ਹਾਂ ਪਰਮਾਤਮਾ ਬ੍ਰਹਮ ਘਟ ਸਰੀਰਾਂ ਦੇ ਵਿੱਚ ਪਹਿਲਾਂ ਹੀ ਮੰਨਿਆ ਜਾਂਦਾ ਹੈ। ਉਹ ਤੇ ਵੇਖੋ ਅੰਤःਕਰਨ ਦੇ ਵਿੱਚ ਉਹਦਾ ਪ੍ਰਕਾਸ਼ ਹੋਣੇ ਕਰਕੇ, ਪ੍ਰਤੀਬਿੰਬ ਪੈਣੇ ਕਰਕੇ ਉਹਦਾ ਨਾਮ ਜੀਵ ਆਤਮਾ ਪੈ ਗਿਆ, ਪਰ ਉਹ ਆਤਮਾ ਪਹਿਲਾਂ ਵਿਆਪਕ ਹੈ। ਸਰੀਰ ਨੂੰ ਕੁਝ ਵੀ ਹੋ ਜਾਂਦਾ ਹੈ ਪਰ ਉਸ ਨੂੰ ਕੁਝ ਨਹੀਂ ਹੁੰਦਾ, ਉਹ ਸਦਾ ਹੀ ਪਰਿਪੂਰਨ ਵਿਆਪਕ ਰਹਿੰਦਾ। ਜਿਸ ਤਰ੍ਹਾਂ ਆਕਾਸ਼ ਖਾਲੀ ਥਾਂ ਵੇਖੋ ਇੱਦਾਂ ਰਹਿਣਾ, ਮਕਾਨ ਬਣ ਗਿਆ, ਘੜਾ ਬਣ ਗਿਆ, ਆਕਾਸ਼ ਨੂੰ ਕੋਈ ਨਹੀਂ ਹੈ। ਨਾਂ ਜ਼ਰੂਰ ਪੈ ਜਾਂਦਾ ਵੱਖਰਾ, ਨਾਮ ਜ਼ਰੂਰ ਵੱਖਰਾ ਪੈ ਜਾਂਦਾ ਵੀ ਇਹ ਘਟਾ ਆਕਾਸ਼ ਆ, ਮਟਾ ਆਕਾਸ਼, ਪਰ ਉਪਾਧੀਆਂ ਕਰਕੇ ਜਦੋਂ ਘਟੇ ਮਠੇ ਟੁੱਟ ਜਾਣ ਫਿਰ ਮਹਾਂਕਾਸ਼ ਹੀ ਰਹਿ ਜਾਂਦਾ। ਭਾਵ ਪਹਿਲਾਂ ਹੀ ਜੋ ਆਕਾਸ਼ ਮਹਾਂਕਾਸ਼ ਉਹ ਹੀ ਰਹਿੰਦਾ। ਇਸੇ ਤਰ੍ਹਾਂ ਹਿਰਦਿਆਂ ਕਰਕੇ, ਸਰੀਰਾਂ ਕਰਕੇ ਜੀਵ ਆ, ਤੇ ਉਹ ਉਪਾਧੀਆਂ ਕਰਕੇ ਹੀ ਹੈ ਜੀਵ। ਜਦੋਂ ਇਹ ਸਰੀਰ ਘੜੇ ਮਟੇ ਮਕਾਨ ਖਤਮ ਹੋ ਜਾਂਦੇ ਤੇ ਉਹ ਆਤਮਾ ਉਸੇ ਤਰ੍ਹਾਂ
ਪਰਮਾਤਮਾ ਹੀ ਰਹਿ ਜਾਂਦਾ ਹੈ। ਜਦੋਂ ਅੰਤःਕਰਨ ਵਿੱਚ ਪ੍ਰਤੀਬਿੰਬ ਪਿਆ ਬ੍ਰਹਮ ਦਾ, ਉਦੋਂ ਨਾਮ ਆਤਮਾ, ਅਤੇ ਜਦੋਂ ਸਰੀਰ ਖਤਮ ਹੋ ਗਿਆ ਪੰਜ ਭੂਤਕ, ਉਦੋਂ ਨਾ ਪਰਮਾਤਮਾ ਹੋ ਜਾਂਦਾ। ਤੈਸੇ ਘਟ ਘਟ ਮੱਧ ਪਹਿਲੇ ਮਨੰਤ ਹੈ, ਦੂਸਰਾ ਪਾਠ ਘਟ ਘਟ ਆ। ਇਸੇ ਤਰ੍ਹਾਂ ਘਟ ਘਟ ਹਿਰਦਿਆਂ ਸਰੀਰਾਂ ਵਿੱਚ ਹੋਣ ਤੋਂ ਪਹਿਲਾਂ ਹੀ ਜਿਹੜਾ ਬ੍ਰਹਮ ਪਰਮਾਤਮਾ ਮਨੰਤ ਮੰਨਿਆ ਜਾਂਦਾ ਹੈ। ਰੂਪ ਹੈ ਅਨੰਤ ਜਾ ਕੀ ਮਹਿਮਾ ਅਨੰਤ ਹਰ, ਜਿਸ ਪ੍ਰਭੂ ਦਾ ਰੂਪ ਸਰੂਪ ਅਨੰਤ ਭਾਵ ਅਨੰਤ, ਜਿਹਦਾ ਅੰਤ ਨਹੀਂ ਹੈ, ਭਾਵ ਬੇਅੰਤੀ ਹੈ। ਜਾ ਕੀ ਮਹਿਮਾ, ਅਤੇ ਜਿਸ ਪ੍ਰਭੂ ਬ੍ਰਹਮ ਦੀ ਮਹਿਮਾ ਵੀ ਬੇਅੰਤ ਬੇਅੰਤੀ ਵਡਿਆਈ ਵੀ ਮਹਾਨ ਹੀ ਹੈ। ਹਾਰ ਕਹੀਏ ਤੇ ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ ਤੂੰ ਬੇਅੰਤ ਕੋ ਬਿਰਲਾ ਜਾਣੇ। ਤੂੰ ਬੇਅੰਤ ਅਤ ਊਚਾ ਜਾ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ। ਵਾਰਾ ਕੋਟ 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 ਲਖ ਧਾਵੈ, ਇਕ ਦਿਲ ਤਾ ਕਾ ਮਹਿਲ ਨਾ ਪਾਵੈ। ਐਸਾ ਬੇਅੰਤ ਸਰੂਪ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਬੜੇ ਬੜੇ ਮਨ ਦੇਵਤੇ ਕਈ ਜੁਗਤਿ ਨਿਤ ਅੰਤ ਆਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਭਾਵ ਬ੍ਰਹਮੇ ਨਾ ਜਾਣੈ ਭੇਦ, ਭੇਦ ਨਾ ਜਾਣੈ ਅੰਤ, ਬ੍ਰਹਮੇ ਨਾ ਜਾਣੈ ਮਹਿਮਾ। ਜਿਹੜੀ ਹੈ ਨਾ ਮਹਿਮਾ ਭੇਦ ਨਹੀਂ ਜਾਣਦੇ, ਨਾ ਬ੍ਰਹਮਾ ਹੀ ਜਾਣਦਾ ਹੈ। ਠੀਕ ਨਹੀਂ, ਕਿਉਂਕਿ ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਇ ਸਮਾਇਆ, ਕੋਟ ਬ੍ਰਹਮੇ ਜਗ ਸਾਜਨ ਲਾਏ। ਐਸੋ ਧਣੀ ਗੋਬਿੰਦ ਹਮਾਰਾ, ਬਰ ਨਾ ਸਕੋ ਗੁਣ ਵਿਸਥਾਰਾ। ਐਸਾ ਸਮਹਾਨ ਹੈ ਜਿਹਦਾ ਸਰੂਪ ਅਭਿਅੰਤੀ ਹੈ, ਅਤੇ ਜਿਹਦੀ ਮਹਿਮਾ ਵੀ ਬੇਅੰਤੀ ਬੇਅੰਤ ਹੈ। ਆਦ ਹੈ ਨਾ ਅੰਤ, ਤਾ ਤੇ ਆਤਮਾ ਅਨੰਤ ਹੈ। ਅਤੇ ਜਿਸ ਦਾ ਆਦ ਅੰਤ ਵੀ ਕੋਈ ਨਹੀਂ ਹੈ, ਮੁੱਢ ਨਹੀਂ ਹੈ, ਜਿਹਦਾ ਕੋਈ ਅੰਤ ਨਹੀਂ ਹੈ, ਤਾਂ ਤੇ ਭਾਵ ਜਿਹਦਾ ਆਦ ਸ਼ੁਰੂਆਤ ਦਾ ਪਤਾ ਨਹੀਂ ਲੱਗਦਾ ਜਿਸ ਆਤਮਾ ਦੇ ਸੰਬੰਧ ਵਿੱਚ, ਜਿਸ ਬ੍ਰਹਮ ਦਾ, ਨਾ ਹੀ ਜਿਹਦਾ ਅਖੀਰ ਦਾ ਪਤਾ ਲੱਗਦਾ। ਬਸ ਆਦਿ ਸੱਚ ਜੁਗਾਦਿ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ, ਇਹਨੇ ਪਤਾ ਲੱਗਦਾ। ਤਾਂ ਤੇ ਆਤਮਾ ਅਨੰਤ ਹੈ। ਤਾਂ ਤੇ ਕੋਈ ਇਸ ਕਰਕੇ ਆਤਮਾ ਬ੍ਰਹਮ ਦਾ ਹੀ ਰੂਪ ਹੈ, ਤੇ ਉਹ ਵੀ ਬੇਅੰਤ ਬੇਅੰਤੀ ਹੈ। ਆਤਮਾ ਪਾਰ ਬ੍ਰਹਮ ਕਾ ਰੂਪ, ਉਹ ਸ਼ਬਦ ਤੇ ਹਰੇਕ ਵਿਦਾਂਤ ਵਿੱਚ ਲੱਗੇਗਾ। ਅਥ ਸਵੈੰ ਪ੍ਰਕਾਸ਼ ਵਰਨ, ਹੁਣ ਸਵੈੰ ਸੁਤੇ ਸੇਧੀ ਆਪਣੇ ਆਪ ਤੋਂ, ਸਵੈੰ ਕਹੀਏ ਸਵੈ ਨਾਮ ਆਪਣੇ ਧੰਦਾ, ਸਵੈੰ ਆਪਣੇ ਆਪ ਤੋਂ ਹੀ ਪ੍ਰਕਾਸ਼ ਦਾ ਜਿਹੜਾ ਵਰਣਨ ਕਥਨ ਕਰਦੇ हैं। ਕਬਿਤ ਔਰ ਵਸਤ ਚਾਹੀਏ ਤੋ ਦੀਪਕ ਪ੍ਰਕਾਸ਼ਿਤ ਹੈ। ਜੇਕਰ ਹਨੇਰੇ ਵਿੱਚ ਕਿਸੇ ਔਰ ਕਈ ਹੋਰ ਵਸਤੂ ਦੀ ਚਾਹੀਏ ਕਹੀਏ, ਦੇਖਣ ਦੀ ਚਾਹੀਏ, ਚਾਹਨਾ ਕਰੀਏ, ਇੱਛਾ ਕਰੀਏ, ਤਾਂ ਉਹ ਦੀਪਕ ਪ੍ਰਕਾਸ਼ਿਤ ਹੈ। ਤਾਂ ਫਿਰ ਦੀਵਾ ਜਿਹੜਾ ਉਹ ਪ੍ਰਕਾਸ਼ਿਤ ਕਰਨਾ ਪੈਂਦਾ ਹੈ, ਬਾਲਣਾ ਪੈਂਦਾ ਹੈ। ਜੇ ਵਸਤੂ ਜੇ ਹੋਰ ਕੋਈ ਲੱਭਣੀ ਹੋਵੇ ਤਾਂ ਦੀਪਕ ਕੇ ਚਾਹੇ ਬੇਕੋ ਦੀਪਕ ਨਾ ਚਾਹੀਏ। ਪਰ ਜੇਕਰ ਦੀਵੇ ਦੀ ਚਾਹਵੇ ਕਈ ਇੱਛਾ ਹੋਵੇ ਦੇਖਣ ਦੀ, ਹਾਂਜੀ ਦੀਵੇ ਨੂੰ ਹੀ ਫੜਨ ਦੀ ਇੱਛਾ ਹੋਵੇ, ਤਾਂ ਦੀਪਕ ਕੇ ਚਾਹੇ ਵੇਖੋ ਦੀਪਕ ਨਾ ਚਾਹੀਏ, ਫਿਰ ਦੀਵਾ ਨਹੀਂ ਚਾਹੀਦਾ, ਕਿਉਂਕਿ ਦੀਵਾ ਤੇ ਪਹਿਲਾਂ ਪ੍ਰਕਾਸ਼ਮਾਨ ਹੈ। ਦੀਵੇ ਦੀ ਇੱਛਾ ਹੋ ਜੇ ਨਾ, ਜੇ ਦੀਵੇ ਦੀ ਦੇਖਣ ਦੀ ਇੱਛਾ, ਦੀਵੇ ਨੂੰ ਪਕੜਨ ਦੀ ਇੱਛਾ ਨਾ, ਸਾਨੂੰ ਦੀਵੇ ਦੀ ਇੱਛਾ ਵੀ ਚੁੱਕ ਲਈਏ ਹਨੇਰੇ ਵਿੱਚੋਂ, ਤੇ ਦੀਪਕ ਨਾ ਚਾਹੀਏ, ਫਿਰ ਦੀਵਾ ਨਹੀਂ ਚਾਹੀਦਾ। ਪ੍ਰਕਾਸ਼ ਕਰਨ ਲਈ ਦੀਵਾ ਨਹੀਂ ਚਾਹੀਦਾ, ਕਿਉਂਕਿ ਦੀਵਾ ਤੇ ਪਹਿਲਾਂ ਪ੍ਰਕਾਸ਼ਮਾਨ ਆ, ਤੇ ਆਪਾਂ ਦੀਵਾ ਲੈਣ ਚੱਲੇ, ਪ੍ਰਕਾਸ਼ ਸਾਨੂੰ ਉਹਦੇ ਉੱਤੋਂ ਮਿਲ ਜਾਣਾ। ਪਾਸੋਂ ਤੇ ਸਿੱਧੀ ਦੀਵਾ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਦੀਵੇ ਦੀ ਚਾਹ ਹੋਵੇ, ਇੱਛਾ ਹੋਵੇ, ਤੇ ਫਿਰ ਦੀਵਾ ਨਹੀਂ ਚਾਹੀਦਾ, ਕਿਉਂਕਿ ਦੀਵਾ ਤੇ ਪਹਿਲਾਂ ਹੀ ਉਹ ਜਗਦਾ ਹੈ, ਅਸੀਂ ਉਹਦੇ ਤੋਂ ਹੀ ਆਪਾਂ ਕੰਮ ਲੈ ਸਕਦੇ ਹਾਂ। ਸਵੈੰ ਪ੍ਰਕਾਸ਼ ਆਪਣੇ ਆਪ ਤੋਂ ਪੈਦਾ, ਪਾਸੋਂ ਤੇ ਸਦ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ। ਆਤਮਾ ਕਿਵੇਂ, ਬ੍ਰਹਮ ਕਿਵੇਂ, ਉਹਦੇ ਬਾਰੇ ਵਿਚਾਰ ਆ ਰਹੀ।
और सब देखबे को आँख सुखदेव जैसे आंखन के देखबे को कौन अवगाही है। विश्राम इत्थे आ। और सब देखबे को आँख सुखदेव कहते हैं कि और होर सब वस्तुओं नूं जे देखना होवे ते देखण वास्ते की आ आँख अखां नेत्र है। सुखदेव ਸਿੰਘ निर्मले महापुरुष ਕਹਿੰਦੇ ਆ ਵੀ ਜੇ ਹੋਰ ਸਾਰੀਆਂ ਵਸਤੂਆਂ ਦੇਖਣੀਆਂ ਹੋਣ ਹੋਰ ਵਸਤੂਆਂ ਨੂੰ ਦੇਖਣ ਦੇ ਲਈ ਅੱਖਾਂ ਦੀ ਜ਼ਰੂਰਤ ਪੈਂਦੀ ਹੈ। जैसे जिस तरह आंखन के देखबे को कौन अवगाही है, पर नेत्रां नूं अखां नूं देखण नूं होर किहड़े नेत्र चाहिए? कोई नहीं चाहिए। होर आपां वस्तुआं वेखने ना अपनी अखां नाल, पर अखां अपणियां नूं आप थोड़ी आपां वेखना चाहिए। ते किहड़े की अवगाहीए की विचार करिए की विचारीए भी होर कोई वेखण लई लियाईए। अखां नाल ही देखीदा ते अखां नाल अहीं भाव अखां भी साडियां पहले प्रकाशमान आ। दूजियां चीज़ां नूं प्रकाशमान करन वास्ते सानूं अखां दी जरूरत पैंदी है भी आपां होर सब कुछ वेखना होवे ते ओ देखण वास्ते अखां हन। आखन के देखबे को कौन अवगाही, पर अपनी अखां दे देखबे को ये देखण नूं होर कौन कहिए किहड़ियां ने जिहड़ियां अखां आ जां कौन कहिए किहड़े नेत्र अवगाही विचारना करिए। भाव नहीं कोई जरूरत। दूजियां अखां नाल नहीं ना आपां अपनी अखां वेख सकदे, बस ये अखां नाल पर दूजा सब कुछ वेख सकते हैं पर अपनी अखां नहीं वेख सकते। हाँ जी, भाव साडियां अखां सब सानूं विखा रही पर आपां अपनी अखां नहीं वेख सकते, क्योंकि अखां ही हन जो दूजा वेख सकदियां। आपां दूजियां अखां नाल की आपां अपनी अखां नूं वेख सकते? नहीं वेख सकते। रब को प्रकाश पाए सब को प्रकाश होत। जिस तरह रब को कहिए सूरज का प्रकाश चानना पा के सब को प्रकाश होत, सब को सारिਆਂ ਨੂੰ प्रकाश होत हुंदा है, हो जाता जा हुंदा है। रब में प्रकाश जैसे सबत यही सराही है, पर रब में सूरज विच जिहड़ा प्रकाश चानना जिस तरह सबते ही सुते सिद्ध ही सराहिए सलाया जाता है। सलाउणा करीदा सबते नाम सुते सिद्ध दा, सुते सिद्ध ही सलाउणा करीदा भी सूरज का प्रकाश पा के जो दिन चढ़दा चानण हुंदे सारे नूं प्रकाश हुंदा, लोग काम धंधे लग जाते हैं ते भाव वो किसी के अधीन डीकते रहंदे आ सूरज चढ़ूगा प्रकाश हो ते काम कर करांगे। पर रब में प्रकाश, पर सूरज विच प्रकाश वेखो जिस तरह सुते सिद्धी भाई दा ते सराहीए सारे सलाउणा करदे। ਉਹਦੇ ਵਿੱਚ ਤੇ ਪਹਿਲਾਂ प्रकाश है, ਉਹਨੂੰ ਕਿਸੇ ਦੇ प्रकाश की जरूरत नहीं है भी वो प्रकाश होवे ते ਉਹਨੂੰ कुछ भला होवे। ਇੱਥੇ इन्ने पक्ष वा प्रमाण तौर दे ਉਂਝ ਤੇ ਜਿਹੜਾ सूरज ਵਿੱਚ प्रकाश है वो ब्रह्म ਦਾ ही है। ਇੱਥੇ प्रमाण दे रहे हैं, इस करके ਇੱਥੇ ਅੱਗੇ नहीं जाना, ਇੱਥੇ ही तक रहना कि सूरज ਵਿੱਚ प्रकाश जिस तरह सुते सिद्ध ही सलाया जाता पाईदा है। अगन में दाहक सख्त जैसे आग ही ते इत्थे आग है लिखिया पाठ, पाठ इत्थे शुद्ध पाठ हैगा वा आप, पाठ शुद्ध कर लेना आप कर लेना भी अगन में दाहक सख्त जैसे आग ही ने जिस जैसे कही जिस प्रकार अगन में अग विच दाहक जड़ी साड़न की शक्ति है, दाह करन की शक्ति है भी आग ही आप ही ने वो अपने आप ही तो ही है। जिहड़ी दाग शक्ति ना वो अग विच अपने आप तो ही आ, उन्होंने किसे तो लियाउणी नहीं पैंदी भी जां कोई दूजी चीज़ उहदे विच पवे फिर वो साड़ूगी। अग विच सुते सिद्ध प्रकाश करन की शक्ति ते जिहड़ी है दाहक साड़ की शक्ति अपने आप तो ही है। तैसे स्वयं प्रकाश एक आत्मा बताई है, तैसे कहिए तिसे प्रकार जाते में ही
ਇਹ ਜਿਹੜਾ ਇੱਕ ਆਤਮਾ ਆ, ਇੱਕ ਆਤਮਾ ਨੂੰ ਸਵੈੰ ਪ੍ਰਕਾਸ਼ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਬਤਾਈਏ ਦਸੀਦਾ ਹੈ। ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਆ, ਉਹ ਕਿਸੇ ਦੇ ਪ੍ਰਕਾਸ਼ ਦੇ ਅਧੀਨ ਨਹੀਂ ਆ। ਹਜੇ ਕਿ ਅੱਗ ਨੂੰ, ਸੂਰਜ ਨੂੰ, ਅੱਖਾਂ ਨੂੰ, ਦੀਵੇ ਨੂੰ, ਇਹ ਸਾਰੇ ਜਿਹੜੇ ਪਰਮੇਸ਼ਰ ਦੀ ਹੀ ਜਿਹੜੀ ਹੈ ਸੱਤਾ ਹੈ, ਤੇ ਤਾਂ ਉਹ ਪ੍ਰਕਾਸ਼ ਹੁੰਦਾ। ਤੇ ਪ੍ਰਮਾਣ ਤੌਰ 'ਤੇ ਵੀ ਜਿਵੇਂ ਹੁਣ ਕੋਈ ਵਸਤੂ ਸਾਨੂੰ ਚਾਹੀਦੀ ਹੈ ਦੇਖਣ ਨੂੰ ਹਨੇਰੇ ਵਿੱਚੋਂ, ਤੇ ਅਸੀਂ ਦੀਵੇ ਦਾ ਪ੍ਰਕਾਸ਼ ਕਰਦੇ ਹਾਂ ਰਾਤ, ਪਰ ਜੇ ਦੀਵਾ ਹੀ ਚਾਹੀਦਾ ਤਾਂ ਫਿਰ ਦੀਵਾ ਥੋੜ੍ਹੀ ਲੈ ਕੇ ਜਾਵਾਂਗੇ ਵੀ ਦੀਵਾ ਚੁੱਕ ਕੇ ਲਿਆਉਣਾ, ਦੀਵਾ ਤਾਂ ਪਹਿਲਾਂ ਹੀ ਪ੍ਰਕਾਸ਼ਮਾਨ ਹੈ। ਹੁਣ ਦੂਜੀਆਂ ਸਾਰੀਆਂ ਵਸਤੂਆਂ ਨੂੰ ਵੇਖਣ ਵਾਸਤੇ ਅੱਖਾਂ ਆ, ਪਰ ਜੇ ਆਪਣੀਆਂ ਜੇ ਅੱਖਾਂ ਨੂੰ ਦੇਖਣਾ ਹੋਵੇ ਹੋਰ ਕਿਹੜੀਆਂ ਅੱਖਾਂ ਲਿਆਓਗੇ? ਪਰ ਕੋਈ ਅੱਖ ਨਹੀਂ ਲਿਆਵਾਂਗੇ, ਕਿਉਂਕਿ ਅੱਖਾਂ ਤੋਂ ਆਪਣੀਆਂ ਅੱਖਾਂ ਨਾਲ ਦੂਜੇ ਵੇਖ ਸਕਦੇ, ਪਰ ਉਹ ਆਪਣੀਆਂ ਅੱਖਾਂ ਨਹੀਂ ਵੇਖ ਸਕਦੀਆਂ। ਭਾਵ ਉਹ ਅੱਖਾਂ ਵੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਆ, ਦੂਜਿਆਂ ਨੂੰ ਦਿਖਾ ਦਿੰਦੀਆਂ, ਤੇ ਉਹਨਾਂ ਅੱਖਾਂ ਨੂੰ ਦੇਖਣ ਵਾਸਤੇ ਹੋਰ ਕੋਈ ਅੱਖਾਂ ਦੀ ਜ਼ਰੂਰਤ ਨਹੀਂ। ਸੂਰਜ ਦਾ ਪ੍ਰਕਾਸ਼ ਪਾ ਕੇ ਸਾਰਿਆਂ ਨੂੰ ਪ੍ਰਕਾਸ਼ ਹੋ ਜਾਂਦਾ, ਪਰ ਸੂਰਜ ਵਿੱਚ ਸੁੱਤੇ ਸਿੱਧ ਹੀ ਪ੍ਰਕਾਸ਼ ਹੁੰਦਾ ਹੈ। ਦੂਜਿਆਂ ਨੂੰ ਲੋੜ ਪੈਂਦੀ ਹੈ, ਸੂਰਜ ਨੂੰ ਨਹੀਂ ਲੋੜ ਪੈਂਦੀ। ਅੱਗ ਵਿੱਚ ਕਹਿੰਦੇ ਵੀ ਜਿਵੇਂ ਸੁੱਤੇ ਸਿੱਧ ਹੀ ਆਪਣੇ ਆਪ ਤੋਂ ਹੀ ਦਾਹ ਕਰਨ ਦੀ, ਪ੍ਰਕਾਸ਼ ਕਰਨ ਦੀ ਸ਼ਕਤੀ ਆ, ਤੈਸੇ ਸਵੈਂ ਪ੍ਰਕਾਸ਼, ਤੈਵੇਂ ਇਸੇ ਪ੍ਰਕਾਰ ਹੀ ਸਵੈਂ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਇੱਕ ਬ੍ਰਹਮ, ਤੇ ਉਹਦਾ ਹੀ ਰੂਪ ਇੱਕ ਆਤਮਾ ਬਤਾਈਏ ਕਹੀਏ ਦਸੀਦਾ ਹੈ। ਆਥ ਕੂਟਸਥ ਵਰਣਨ ਦੋਹਰਾ ਜਾ ਕੇ ਨਾਹੇ ਵਿਕਾਰ ਕਛ, ਹੇ ਸਿੱਖ ਜਿਸ ਪਰਮਾਤਮਾ ਦੇ ਵਿੱਚ, ਬ੍ਰਹਮ ਦੇ ਵਿੱਚ ਜਾ ਕੇ ਕਿ ਜਿਸ ਆਤਮਾ ਦੇ ਵਿੱਚ, ਜਿਸ ਪਰਮਾਤਮਾ ਬ੍ਰਹਮ ਦੇ ਵਿੱਚ ਨਾਹੇ ਵਿਕਾਰ ਕਛ, ਕਾਸ਼ ਕਹੀਏ ਕੁਝ ਵੀ ਵਿਕਾਰ, ਦੋਸ਼, ਬਦਲਾਵ, ਤਬਦੀਲੀ ਨਹੀਂ ਹੈ। ਵਿਕਾਰ ਦਾ ਅਰਥ ਹੁੰਦਾ ਦੋਸ਼, ਤਬਦੀਲੀ, ਬਦਲਾਵ। ਜਿਵੇਂ ਸਰੀਰ ਦੇ ਵਿੱਚ 6 ਵਿਕਾਰ ਦੱਸੇ ਹੈ ਨਾ, ਕਿ ਜਿਸ ਵਿੱਚ ਕੋਈ ਵੀ ਬਦਲਾਵ ਵਿਕਾਰ ਨਹੀਂ ਹੈ। ਰਹਿਤ ਕੂਟ ਵਤ ਨਿਤ, ਤੇ ਜੋ ਕੂਟ ਨਾਮ ਪਹਾੜ ਦਾ ਵੀ ਆ, ਕੂਟ ਨਾਮ ਅਹਰਣ ਦਾ ਵੀ ਹੈ, ਜਿਹੜੀ ਲੋਹਾਰ ਜੇ ਤੇ ਲੋਹਾ ਕੁੱਟਦੇ, ਜੋ ਕੂਟਲ ਪਹਾੜ ਅਹਰਣ ਵਤ ਵਾਂਗ ਨਿਤ, ਨਿਤਾ ਪ੍ਰਤੀ ਅਚਲ ਤੇ ਅਹਿਲ, ਜੋ ਹਿਲਦਾ ਨਹੀਂ, ਰਹਿਤ ਰਹਿੰਦਾ ਹੈ। ਨਿਤਾ ਪ੍ਰਤੀ ਜੋ ਅਚਲ ਅਹਿਲ ਰਹਿੰਦਾ ਹੈ, ਤੇ ਜਿਹਦੇ ਵਿੱਚ ਕੋਈ ਵਿਕਾਰ ਨਹੀਂ ਹੈ। ਸੋ ਕੂਟਸਥ ਕਹਾਵਈ, ਉਹ ਹੀ ਕੂਟਸਥ ਕਹਾਵੇ ਕਈ ਅਖਵਾਉਂਦਾ ਹੈ। ਸਮਝ ਦੇਖ ਸਿੱਖ ਚੇਤਾ, ਇਹ ਸਿੱਖ ਇਹ ਸਾਡੀ ਜਿਹੜੀ ਵਿਚਾਰ ਆ, ਤੂੰ ਆਪਣੇ ਚਿੱਤ ਵਿੱਚ ਬੜੀ ਸਮਝ ਨਾਲ, ਪ੍ਰੇਮ ਭਾਵਨਾ ਨਾਲ ਦੇਖਣਾ ਕਰ। ਭਾਵ ਵੀ ਜਿਹੜਾ ਕੂਟ ਨਾਮ ਕੀ ਆ, ਪਹਾੜ ਦਾ ਦੱਸਿਆ ਆਪਾਂ ਹੁਣੇ, ਕੂਟ ਨਾਮ ਪਹਾੜ ਨੂੰ ਵੀ ਕਹਿੰਦੇ ਆ, ਤੇ ਕੂਟ ਨਾਮ ਲੋਹਾ ਆਪਣੇ ਅਹਰਣ ਨੂੰ ਵੀ ਕਹਿੰਦੇ, ਤੇ ਕੂਟ ਨਾਮ ਕੀ ਅਹਰਣ ਦਾ, ਤੇ ਉਹਦੇ ਅਹਰਣ ਦੀ ਨਿਆਈ ਕੀ ਆ, ਨਿਰਵਿਕਾਰ, ਅਚਲ ਰੂਪ ਜੋ ਸਥਿਤ ਹੋਵੇ। ਸੋ ਕੁਟਸਥ ਕਹੀਦਾ, ਭਾਵ ਅਹਰਣ ਵੇਖੋ ਜਿਸ ਤਰ੍ਹਾਂ ਲੋਹਾਰ ਆ, ਅਨੇਕਾਂ ਅਤੇ ਸ਼ਸਤਰਾਂ ਦੀ ਘਾਟ ਘੜਦਾ, ਕੁੱਟਦਾ, ਤੇ ਸਰੀਏ, ਦਾਤਰੀਆਂ ਕਈ ਕੁਝ ਕੁੱਟੀ ਜਾਂਦਾ ਲੋਹਾਰ ਤੇ, ਪਰ ਅਹਰਣ ਜਿਹੜਾ ਜਿਉਂਦਾ ਤਿਵੇਂ ਰਹਿੰਦਾ। ਉਹ ਤੇ ਸ਼ਸਤਰ ਜ਼ਰੂਰ ਬਣ ਜਾਂਦਾ, ਅਹਰਣ ਉਸੇ ਤਰ੍ਹਾਂ ਦਾ ਰਹਿੰਦਾ, ਚੱਲ ਰਹਿੰਦਾ, ਥੱਲੇ ਇੱਧਰ ਉੱਧਰ ਖਿਸਕਦਾ ਨਹੀਂ, ਅਹਿਲ ਰਹਿੰਦਾ, ਹਿਲਦਾ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਮਨ ਰੂਪੀ ਕੀ ਹੈ, ਲੋਹਾਰ ਆ, ਤੇ ਵਿਹਾਰ ਰੂਪੀ ਜਿਹੜੇ ਨੇਕਾਂ ਘੜਦਾ, ਉਹ ਆਤਮਾ ਦੀ ਸੱਤਾ ਪਾ ਕੇ, ਉਹਦਾ ਸਹਾਰਾ ਪਾ ਕੇ, ਪਰ ਆਤਮਾ ਜਿਉਂਦਾ ਤਿਉਂ ਰਹਿੰਦਾ। ਇਸੇ ਕਰਕੇ ਇਹਨੂੰ ਕੁਟਸਥ, ਆਤਮਾ ਨੂੰ ਕੁਟਸਥ ਵੀ ਕਿਹਾ ਹੈ। ਭਾਵ ਪਹਾੜ ਵਾਂਗ ਜੋ ਅਚਲ ਹਿਲਿਆ, ਪਹਾੜ ਵੀ ਹਿਲਦਾ ਨਹੀਂ, ਚਲਾਇਮਾਨ ਨਹੀਂ ਹੁੰਦਾ, ਤੇ ਜੋ ਅਹਰਣ ਵੀ ਚਲਾਇਮਾਨ ਤੇ ਹਿਲਦਾ ਨਹੀਂ, ਇਸ ਤਰ੍ਹਾਂ ਦਾ ਆਤਮਾ ਹੈ। ਇਸ ਕਰਕੇ ਕਿਹਾ ਹੈ ਉਹ ਅਹਰਣ ਦੇ ਉੱਪਰ ਸ਼ਸਤਰ ਘੜੇ ਜਾਣ, ਹਾਂਜੀ, ਤੇ ਉਹ ਅਹਰਣ ਜਿਉਂਦਾ ਤਿਵੇਂ ਰਹਿੰਦਾ, ਉਹ 'ਚ ਫਰਕ ਨਹੀਂ ਪੈਂਦਾ। ਇਹ ਮਨ ਰੂਪੀ ਲੋਹਾਰ ਹੈ, ਮਨ
ਵਿਹਾਰ ਰੂਪ ਉਤੇ ਸ਼ਸਤਰ ਜਿਹੜੇ ਵਿਹਾਰ ਸਾਡੇ ਸੰਕਲਪ ਵਿਕਲਪ ਰੂਪੀ ਅਨੇਕਾਂ ਘਾੜਤਾਂ ਘੜਦਾ ਰਹਿੰਦਾ, ਉਹ ਆਤਮਾ ਦਾ ਇਸ ਆਸਰਾ ਪਾ ਕੇ ਥੱਲੇ ਚੱਲ ਹਿੱਲ ਬੈਠੀ ਹੈ, ਪ੍ਰਕਾਸ਼ ਕਰੀ ਜਾ ਰਹੀ ਹੈ ਤੇ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂਜੀ, ਜਿਵੇਂ ਸ਼ਸਤਰ ਨੂੰ ਸੱਟ ਲੱਗਦੀ ਆ ਤੇ ਉਹ ਪਤਲਾ ਹੁੰਦਾ, ਖਿਲਰਦਾ, ਇਸੇ ਤਰ੍ਹਾਂ ਮਨ ਬੁੱਧੀ ਨੂੰ ਅਸਰ ਪਹੁੰਚਦਾ, ਹਿਰਦੇ ਨੂੰ ਅਸਰ ਪਹੁੰਚਦਾ, ਪਰ ਆਤਮਾ ਨੂੰ ਕੋਈ ਅਸਰ ਨਹੀਂ ਪਹੁੰਚਦਾ। ਸੋ ਕਹਿ ਰਹੇ ਅਥ ਕੂਟਸਥ ਵਰਣਨੰ, ਹੁਣ ਕੂਟਸਥ ਪਹਾੜ ਵਾਂਗ ਜਾਂ ਐਰਣ ਜੋ ਅਸਥ ਕਹੀਏ ਸਥਰਿਆ, ਉਹਦਾ ਵਰਣਨ ਕਰਦੇ ਆ। ਤੇ ਦੋਹਰੇ ਵਿੱਚ ਕਿਹਾ ਵਾ ਵੀ ਜਾ ਕੇ ਨਾ ਹੀ ਵਿਕਾਰਕ ਕੋਸ਼, ਸਿੱਧਾ ਜਿਹਾ ਲੜ ਵੀ ਜਿਹਦੇ ਵਿੱਚ ਕੋਈ ਵਿਕਾਰ ਨਾ ਬਦਲਾਵ ਨਾ ਹੋਵੇ, ਤੇ ਜੋ ਐਰਣ ਵਾਂਗ ਪਹਾੜ ਵਾਂਗ ਹਮੇਸ਼ਾ ਰਹਿੰਦਾ, ਉਹਨੂੰ ਸੋ ਕੂਟਸਥ ਕਹਾਵੇ, ਉਹਨੂੰ ਹੀ ਕੂਟਸਥ ਕਿਹਾ ਜਾਂਦਾ। ਸਮਝ ਦੇਖ ਸਿੱਖ ਚਿਤ ਸਿੱਖ, ਤੂੰ ਸਮਝ ਦੇਖ ਲੈਣਾ ਕਰ ਚੇਤੇ ਵਿੱਚ। ਸੋ ਉਹ ਕੂਟਸਥ ਕੀ ਆ? ਉਹ ਕੂਟਸਥ ਆਤਮਾ ਹੀ, ਉਹੀ ਅਹਿਲ ਤੇ ਰਹਿੰਦੀ, ਜਿਹਦੇ ਵਿੱਚ ਕੋਈ ਚਲਾਇਮਾਨਤਾ ਹਿਲਣਾ ਪੁਣਾ ਨਹੀਂ ਹੁੰਦਾ। ਇਹ ਮਨ ਜਿਹੜਾ ਤੇ ਬੁੱਧੀ ਜਿਹੜੀ ਹਿਲਦੇ ਹੁਲਦੇ ਰਹਿੰਦੇ, ਤਾਂ ਕਰਕੇ ਇਹਨੂੰ ਕੂਟਸਥ ਵੀ ਆਤਮਾ ਨੂੰ ਕਿਹਾ, ਬ੍ਰਹਮ ਨੂੰ ਵੀ ਕੂਟਸਥ ਕਿਹਾ ਹੈ। ਆਥ ਆਜ ਵਰਣਨ ਦੋਹਰਾ, ਘਟ ਕੋ ਕਾਰਨ ਮਿਰਦ ਕਾ ਆਥ। ਕਹੀਏ ਹੁਣ ਵੀ ਉਹ ਜੋ ਆਤਮਾ ਬ੍ਰਹਮ ਅਜ ਜਾ ਨਾਮ ਜਨਮ ਦਾ, ਆ ਨਾਮ ਰਹਿਤ, ਜੋ ਜਨਮਾਂ ਤੋਂ ਰਹਿਤ ਅਜਨਮਾ, ਉਹਦਾ ਵਰਣਨ ਕਰਦੇ ਹਾਂ। ਭਾਵ 10ਵਾਂ ਵਿਸ਼ੇਸ਼ਣ ਆਤਮਾ ਬ੍ਰਹਮ ਦਾ ਵਰਣਨ ਕਰਦੇ, ਕਥਨ ਕਰਦੇ ਹਾਂ। ਘਟ ਕੋ ਕਾਰਨ ਮਿਰਤ ਕਾ, ਇਹ ਸਿੱਖ ਜਿਸ ਤਰ੍ਹਾਂ ਇਹ ਘੜੇ ਦਾ ਕਾਰਨ ਬੜਾ ਕੀ ਆ, ਉਹ ਹੈ ਮਿੱਟੀ। ਜੇ ਤੋਂ ਹੀ ਸਾਡੀ ਪੈਦਾਇਸ਼ ਹੋਵੇ, ਉਹਨੂੰ ਕਹੀਦਾ ਕੀ ਆ? ਕਾਰਨ। ਜਿਹੜਾ ਅੱਗੇ ਹੋਇਆ ਹੋਵੇ ਉਹਨੂੰ ਕਹੀਦਾ ਕਾਰਜ, ਕਾਰਜ ਕਾਰਨ। ਤੇ ਘੜਾ ਕੀ ਆ? ਕਾਰਜ ਆ, ਕਾਰਨ ਕੀ ਆ? ਮਿੱਟੀ ਆ। ਇਸ ਤਰ੍ਹਾਂ ਕਹਿ ਰਹੇ ਘੜੇ ਦਾ ਜੋ ਕਾਰਨ ਮ੍ਰਿਤਕਾ ਮਿੱਟੀ ਹੈ, ਮ੍ਰਿਤਕਾ ਨਾਮ ਮਿੱਟੀ ਦਾ। ਬ੍ਰਹਮ ਜਗਤ ਕੋ ਜਾਨ, ਤਿਵੇਂ ਤੂੰ ਜਿਹੜਾ ਜਗਤ ਆ ਕਾਰਜ ਆ, ਬ੍ਰਹਮ ਕੀ ਆ? ਕਾਰਨ। ਜਗਤ ਦਾ ਕਾਰਨ ਬ੍ਰਹਮ ਨੂੰ, ਪਰਮੇਸ਼ਰ ਪਰਮਾਤਮਾ ਨੂੰ ਜਾਣ ਲੈਣਾ ਕਰ। ਆਦ ਰਹਿਤ ਕਾਰਨ ਰਹਿਤ, ਸੋ ਉਹ ਜੋ ਬ੍ਰਹਮ ਆ ਉਹਦਾ ਕੋਈ ਕਾਰਨ ਨਹੀਂ, ਉਹਦਾ ਕੋਈ ਆਦ ਨਹੀਂ। ਸਾਡਾ ਘੜੇ ਦਾ ਆਦ ਕੀ ਹੈ? ਮਿੱਟੀ। ਹਾਂਜੀ, ਸੰਸਾਰ ਦਾ ਆਦ ਕੀ ਆ? ਪਰਮਾਤਮਾ ਬ੍ਰਹਮ। ਇਸ ਤਰ੍ਹਾਂ ਆਦ ਨਾਮ ਕਾਰਨ ਦਾ ਭਾਵ ਜੋ ਬ੍ਰਹਮ ਆਦ ਮੁੱਢ ਤੋਂ ਰਹਿਤ ਆ ਤੇ ਕਾਰਨ ਤੋਂ ਵੀ ਰਹਿਤ, ਭਾਵ ਜਿਹਦਾ ਆਦ ਕਾਰਨ ਕੋਈ ਨਹੀਂ, ਇਹਨਾਂ ਦੋਵਾਂ ਤੋਂ ਰਹਿਤ। ਨਾ ਤਾਂ ਕੋਈ ਮੋਢੀ ਆ ਜਿਹਨੇ ਨੂੰ ਪੈਦਾ ਕੀਤਾ, ਨਾ ਦਾ ਕੋਈ ਕਾਰਨ ਹੀ ਹੈ ਵੀ ਜਿਸ ਕਾਰਨ ਕਰਕੇ ਬ੍ਰਹਮ ਦੀ ਪੈਦਾਇਸ਼ ਹੋਈ। ਅੱਜ ਕਰਦਾ ਹੈ ਬਖਾਨ, ਤਾਹੇ ਕਹੀਏ ਉਸ ਬ੍ਰਹਮ ਨੂੰ ਇਸੇ ਕਰਕੇ ਹੀ ਅੱਜ ਜਨਮਾਂ ਤੋਂ ਰਹਿਤ ਅਜਨਮਾ ਕਰਕੇ ਬਖਾਨ ਕਥਨ ਕੀਤਾ ਜਾਂਦਾ ਹੈ। ਉਹਦਾ ਹੀ ਰੂਪ ਆਤਮਾ ਨੂੰ ਅੱਜ ਕਰਕੇ ਜਨਮਾਂ ਕਰਕੇ ਕਥਨ ਕੀਤਾ ਜਾਂਦਾ ਹੈ। ਫਿਰ ਆ ਘੜੇ ਦਾ ਉਪਾਦਾਨ ਕਾਰਨ ਤਾਂ ਮਿੱਟੀ ਆ, ਨਿਮਿਤ ਕਾਰਨ ਘੁਮਿਆਰ ਹੈ। ਠੀਕ ਹੈ ਜੀ, ਇੱਕ ਉਪਾਦਾਨ ਕਾਰਨ ਹੁੰਦਾ ਵਾ, ਇੱਕ ਨਿਮਿਤ ਕਾਰਨ ਹੁੰਦਾ, ਉਹ ਵੀ ਅੱਗੇ ਆਈ ਜਾਣਾ। ਤੇ ਘੜੇ ਦਾ ਉਪਾਦਾਨ ਕਾਰਨ ਕੀ ਆ? ਮੁੱਖ, ਉਹਦੇ ਮਿੱਟੀ ਆ। ਤੇ ਨਿਮਿਤ ਕਾਰਨ ਭਾਵ ਜਿਹਦੇ ਨਿਮਿਤ, ਜਿਹਦੇ ਕਾਰਨ ਇਹ ਬਣਿਆ, ਉਹ ਕਿਹਦੇ ਕਾਰਨ? ਘੁਮਿਆਰ ਲੱਗਦਾ ਵਿੱਚ, ਘੁਮਿਆਰ ਦਾ ਡੰਡਾ ਚੱਕ ਆਦਿ ਹਨ ਘੜੇ ਦਾ ਕਾਰਨ ਬਣਨ ਵਿੱਚ, ਪਰ ਬ੍ਰਹਮ ਦਾ ਕੋਈ ਕਾਰਨ ਨਹੀਂ। ਹਾਂਜੀ, ਤੇ ਜਿਵੇਂ ਘੜੇ ਦਾ ਰੂਪ ਤੇ ਜ਼ਰੂਰ ਬਦਲ ਗਿਆ, ਪਰ ਉਹ ਹੈ ਕੀ ਆ? ਹੈ ਤੇ ਮਿੱਟੀ ਹੈ ਨਾ, ਉਹਦਾ ਕਾਰਨ ਮਿੱਟੀ ਆ। ਤੇ
ਉਹ ਘੜਾ ਹੈ ਮਿੱਟੀ ਹੀ, ਪਰ ਉਹਦਾ ਰੂਪ ਹੀ ਬਦਲ ਗਿਆ, ਲਾਲ ਰੰਗ ਦਾ ਸੇਕ ਕਰਕੇ ਹੋ ਗਿਆ, ਤੇ ਇੱਕ ਉਹਦਾ ਬਣਤਰ ਬਣ ਗਈ ਵੱਖਰੀ। ਇਸੇ ਤਰ੍ਹਾਂ ਜੀਵ ਕੀ ਆ, ਉਹ ਮਿਰਤਕਾ ਰੂਪ ਜੀਵ ਕੀ ਆ ਉਪਾਦਾਨ ਕਾਰਨ। ਜਿਵੇਂ ਜਿਹੜਾ ਜੀਵ ਆ, ਜੀਵ ਦਾ ਵੀ ਇਸੇ ਤਰ੍ਹਾਂ ਬ੍ਰਹਮ ਕਾਰਨ ਆ, ਸੰਸਾਰ ਦਾ ਵੀ ਬ੍ਰਹਮ ਕਾਰਨ ਆ। ਉਹ ਬ੍ਰਹਮ ਰੂਪ ਜਿਹੜੀ ਮਿਰਤਕਾ ਹੈ, ਉਹਦੇ ਤੋਂ ਹੀ ਇਹ ਜੀਵਾਂ ਰੂਪੀ ਘੜੇ ਬਣੇ ਹੋਏ ਹੈ। ਮਿੱਟੀ ਦੇ ਰੂਪ, ਆਕਾਰਾਂ ਦੇ ਸਰੂਪ ਬਦਲੇ ਤੇ ਰੰਗ ਢੰਗ ਬਦਲੇ, ਹੈ ਬ੍ਰਹਮ ਦਾ ਹੀ ਰੂਪ ਹਨ। ਤੇ ਜਿਹੜਾ ਘੜਾ ਟੁੱਟਿਆ ਫਿਰ ਮਿੱਟੀ ਹੋ ਜਾਂਦਾ, ਇਸੇ ਤਰ੍ਹਾਂ ਜੀਵ ਨਾਸ ਹੋਇਆ ਫਿਰ ਬ੍ਰਹਮ ਰੂਪ ਹੁੰਦਾ ਹੈ। ਆਤਮਾ ਉੱਥੇ ਹੀ ਜਾ ਕੇ ਮਿਲਦੀ ਹੈ। ਅੱਜ ਘਰ ਤਾਹੇ ਬਖਾਨ, ਅੱਜ ਇਸੇ ਕਰਕੇ ਉਸ ਬ੍ਰਹਮ ਨੂੰ ਅਜਨਮਾ ਕਰਕੇ ਬਖਾਨ ਕਥਨ ਕੀਤਾ ਜਾਂਦਾ ਹੈ। ਅਥ ਅਕਿਰਿਆ ਵਰਣਨ ਦੋਹਰਾ। ਹੁਣ ਕਿਰਿਆ ਤੋਂ ਰਹਿਤ ਬ੍ਰਹਮ ਦਾ ਕਥਨ ਕਰਦੇ, ਜਿਹਦੇ ਵਿੱਚ ਕੋਈ ਕਿਰਿਆ ਨਹੀਂ, ਤੇ ਜਿਸ ਆਤਮਾ ਵਿੱਚ ਵੀ ਕੋਈ ਕਿਰਿਆ ਨਹੀਂ, ਜਿਹਨੂੰ ਅਕਿਰਿਆ ਕਥਨ ਕੀਤਾ ਹੈ। ਦੋਹਰਾ ਆਤਮ ਹੈ ਅਕਿਰਿਆ ਸਦਾ। ਇਹ ਸਿੱਖ ਆਤਮਾ ਬ੍ਰਹਮ ਸਦਾ ਜਿਹੜੇ ਆ ਹਮੇਸ਼ਾ ਹੀ ਅਕਿਰਿਆ, ਕਿਰਿਆ ਤੋਂ ਰਹਿਤ ਹੈ, ਉਹਨਾਂ ਵਿੱਚ ਕੋਈ ਕਿਰਿਆ ਨਹੀਂ। ਜਿਹੜੇ ਆਪਣੇ ਹੱਥ ਹੁੱਥ ਝੇਲਦੇ ਆ ਨਾ, ਇਹ ਕਿਰਿਆ ਹੀ ਹੈ ਸਾਰੀ, ਉਂਗਲੀਆਂ ਹਿਲਦੀਆਂ, ਆਪਾਂ ਜਿਹੜੇ ਹੱਥਾਂ ਪੈਰਾਂ ਨਾਲ ਕੋਈ ਕਿਰਿਆ ਕਰਦੇ ਹਾਂ, ਕੰਮਕਾਰ ਕਰਦੇ ਹਾਂ, ਕਿਰਿਆ। ਆਤਮਾ ਹੈ ਹਮੇਸ਼ਾ ਹੀ ਅਕਿਰਿਆ, ਕਿਰਿਆ ਤੋਂ ਰਹਿਤ। ਦੇਹ ਕਿਰਿਆ ਵਹ ਰੂਪ, ਅਤੇ ਦੇਹ ਜਿਹੜੀ ਸਰੀਰ ਦੀ ਕਿਰਿਆ, ਉਹ ਤੇ ਬਹੁ ਕਹੀਏ ਬਹੁਤ ਰੂਪ ਪ੍ਰਕਾਰ ਦੀ, ਬਹੁਤ ਤਰ੍ਹਾਂ ਦੀ। ਸਰੀਰ ਦੀ ਕਿਰਿਆ ਤੇ ਬਹੁਤ ਤਰ੍ਹਾਂ ਦੀ, ਇੱਕ ਕਿਰਿਆ ਥੋੜ੍ਹੀ ਹੁੰਦੀ ਸਰੀਰ ਨਾਲ, ਤਾਂ ਆਪਾਂ ਸਾਰੀਆਂ ਕਿਰਿਆ ਕਰਨ ਨੇ। ਆਤਮਾ ਸਦਾ ਹੀ ਕਿਰਿਆ ਰਹਿਤ ਹੈ। ਜੈਸੇ ਦੀਪ ਪ੍ਰਕਾਸ਼ ਦੇ ਪ੍ਰਮਾਣ ਦੇਣ ਲੱਗੇ, ਜੈਸੇ ਜਿਸ ਪ੍ਰਕਾਰ ਦੀਵੇ ਦੇ ਪ੍ਰਕਾਸ਼ ਤੇ ਕਹੀਏ ਕਰਕੇ, ਖੇਲਤ ਜੁਆਰੀ ਜੂਪ, ਜਿਹੜੇ ਜੁਆਰੀ ਲੋਕ ਆ ਉਹ ਜੂਆ ਖੇਡਦੇ ਆ। ਜਿਸ ਤਰ੍ਹਾਂ ਦੀਵੇ ਦੇ ਪ੍ਰਕਾਸ਼ ਤੇ, ਹੁਣ ਦੀਵਾ ਤੇ ਕੋਈ ਕਿਰਿਆ ਨਹੀਂ ਨਾ ਕਰਦਾ, ਦੀਵਾ ਇੱਕ ਰਸ ਚੱਲਣ ਡਿਆ ਵਾ ਪ੍ਰਕਾਸ਼, ਤੇ ਜੁਆਰੀ ਲੋਕ ਕਿਰਿਆ ਕਰਨ ਡਿਆ ਪਏ, ਉਹ ਜੂਆ ਖੇਡਣ ਲੱਗ ਪਏ, ਨਾਲ ਸ਼ਰਾਬ ਪੀ ਜਾਂਦੇ। ਤੇ ਇਵੇਂ ਹੀ ਆਤਮਾ ਦਾ ਪ੍ਰਕਾਸ਼ ਪਾ ਕੇ ਸਰੀਰ, ਆਤਮਾ ਕੀ ਹੈ ਮਾਨੋ ਦੀਵਾ, ਆਤਮਾ ਦਾ ਪ੍ਰਕਾਸ਼ ਪਾ ਕੇ ਇਹ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨਾ, ਇਹ ਜਿਹੜੇ ਸਰੀਰ ਦੀਆਂ ਇੰਦਰੀਆਂ ਮਾਨੋ ਇਹ ਜੁਆਰੀ ਆ, ਤੇ ਇਹ ਕਿਰਿਆ ਰੂਪੀ ਜੂਆ ਖੇਲਣ ਲੱਗ ਪੈਂਦੀਆਂ। ਆਪ ਸਾਰੀ ਇੰਦਰੀਆਂ ਆਤਮਾ ਦਾ ਪ੍ਰਕਾਸ਼ ਪਾ ਕੇ ਆਪੋ ਆਪਣੀ ਕਿਰਿਆ ਕਰਨ ਲੱਗ ਪੈਂਦੀਆਂ। ਜਦੋਂ ਉਹਦੀ ਪ੍ਰਕਾਸ਼ ਹੋਵੇ ਉਦੋਂ ਕਿਰਿਆ ਕਰਦੀਆਂ, ਜਦੋਂ ਪ੍ਰਕਾਸ਼ ਨਾ ਹੋਵੇ ਫਿਰ ਇਹ ਜਿਹੜੀਆਂ ਇੰਦਰੀਆਂ ਇਹ ਸਮਾਪਤ ਹੋ ਜਾਂਦੀਆਂ। ਜਿਵੇਂ ਦੀਵਾ ਰਾਤ ਬੰਦ ਹੋ ਗਿਆ ਤੇ ਜੁਆਰੀ ਖੇਡਣ ਵਾਲੇ ਵੀ ਰੁਕ ਜਾਂਦੇ। ਦੋਹਰਾ ਵਿਖੇ ਬੁੱਧ ਪਾਤਰ ਨੱਚੈ, ਵਿਸ਼ਿਆਂ ਨੂੰ ਗ੍ਰਹਿਣ ਕਰਨ ਵਾਲੀ ਜਿਹੜੀ ਬੁੱਧੀ ਆ, ਉਹ ਪਾਤਰ ਕਹੀਏ ਕਲਾਕਾਰ ਭਾਵ ਵੇਸਵਾ ਬਣ ਕੇ ਨੱਚ ਰਹੀ। ਹੁਣ ਹੋਰ ਪ੍ਰਮਾਣ ਬਣਨ ਲੱਗੇ ਆ ਦੀਵੇ ਦਾ ਤੇ ਇੰਦਰੀਆਂ ਦਾ, ਕਿਰਿਆ ਕਿਵੇਂ ਕਰਦੀਆਂ। ਅਥਵਾ ਵੀ ਜਿਹੜੇ ਵਿਸ਼ੇ ਬੁੱਧ, ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਅਤੇ ਬੁੱਧੀ, ਇਹ ਕੀ ਆ ਵਿਸ਼ੇ ਤੇ ਬੁੱਧੀ। ਮਾਨੋ ਵੀ ਇਹ ਪਾਤਰ ਕਲਾਕਾਰ ਹੈ, ਵੇਸਵਾ ਨੱਚੇ ਕਹੀਏ ਨੱਚ ਰਹੇ ਹਨ। ਬੁੱਧੀ ਵੀ ਵਿਸ਼ਿਆਂ ਕਰਕੇ, ਵਿਸ਼ਿਆਂ ਨੂੰ ਬੁੱਧੀ ਗ੍ਰਹਿਣ ਕਰਦੀ ਹੈ ਨਾ। ਮਨ ਜਿਹੜਾ ਬਿਰਤੀ ਰਾਹੀਂ ਅੱਖਾਂ ਦੇ ਰਾਹੀਂ ਰੂਪ ਵੇਂਦਾ, ਫਿਰ ਬੁੱਧੀ ਉਹਦੇ ਗ੍ਰਹਿਣ ਕਰਦੀ ਨਾ, ਸਹੀ ਆ ਕਿ ਨਹੀਂ ਸਹੀ ਆ। ਤੇ ਫਿਰ ਜੇ ਉਹ ਆਖੇ ਸਹੀ ਆ ਤੇ ਬੁੱਧੀ ਨੂੰ ਐ ਚੈਨ ਆ ਜਾਂਦਾ, ਮਨ ਨੂੰ ਵੀ ਚੈਨ ਆ ਜਾਂਦਾ। ਇਹ ਵਿਸ਼ੇ ਤੇ ਬੁੱਧੀ ਮਾਨੋ ਵੀ ਇਹ ਪਾਤਰ ਕੇ ਵੇਸਵਾ ਨੱਚ ਰਹੇ ਆ। ਤੇ ਅਹੰਕਾਰ ਢਿੱਗ ਭੂਪ ਅਤੇ
ਅਹੰਕਾਰ ਜਿਹੜਾ ਨਾ, ਅਹੰਕਾਰ ਰੂਪੀ ਭੂਪ ਰਾਜਾ, ਇਹ ਢਿੱਗ ਕੋਲ ਬੈਠਾ ਹੋਇਆ ਤੇ ਜੋ ਇਹਨਾਂ ਵਿਸ਼ੇ ਤੇ ਬੁੱਧੀ ਰੂਪੀ ਵੇਸਾ ਨੱਚਦੀ ਨੂੰ ਦੇਖ ਰਿਹਾ ਹੈ। ਇੰਦਰੀ ਤਾਲ ਮਿਰਦੰਗ ਯੁੱਤ, ਜਿਹੜੀਆਂ 10 ਇੰਦਰੀਆਂ, 5 ਕਰਮ ਇੰਦਰੀ, 5 ਗਿਆਨ ਇੰਦਰੀ, ਇਹ 5 ਗਿਆਨ ਇੰਦਰੀ ਮਾਨੋ ਤਾਲ ਕੀ ਕੈਂਸੀਆਂ ਪਕੜੇ ਹੋਏ ਇਹਨਾਂ ਨੇ, ਬਸ ਵਿਸ਼ੇ ਨੂੰ ਗ੍ਰਹਿਣ ਕਰਦੇ। ਤੇ ਮਿਰਦੰਗ ਜਿਹੜੇ ਕਰਮ ਇੰਦਰੀ, ਉਹ ਮਿਰਦੰਗਾਂ ਪਾ ਢੋਲਕੀਆਂ ਦੀ ਨਿਆਈ, ਉਹ ਫਿਰ ਭੱਜ ਕੇ ਜ਼ਿਆਦਾ ਸ਼ੋਰ ਪਾਉਂਦੇ ਹੋਏ ਉਸ ਵਿਸ਼ੇ ਤੱਕ ਪਹੁੰਚਦੇ। ਇਸ ਤਰ੍ਹਾਂ ਮਾਨੋ ਵੀ ਗਿਆਨ ਇੰਦਰੀਆਂ ਤਾਲਾਂ ਕੈਂਸੀਆਂ ਦੇ ਸਹਿਤ ਹੈ, ਜੋਤ ਕੀ ਸਹਿਤ ਹੈ, ਕਰਮ ਇੰਦਰੀਆਂ ਮਿਰਦੰਗ ਉਹ ਜਿਹੜੇ ਹੈ ਮਿਰਦੰਗ ਦੀ ਸਹਿਤ ਹੈ। ਭਾਵ ਕਰਮ ਇੰਦਰੀਆਂ ਕਰਮ ਕਰਦੀਆਂ, ਗਿਆਨ ਇੰਦਰੀਆਂ ਬਸ ਗਿਆਨ ਹੀ ਕਰਾਉਂਦੀਆਂ। ਇਹ ਇੰਦਰੀਆਂ ਤਾਲਾਂ ਅਤੇ ਮਿਰਦੰਗਾਂ ਦੇ ਸਹਿਤ ਹਨ। ਆਤਮ ਦੀਪਕ ਰੂਪ ਅਤੇ ਸਭ ਦਾ ਹੀ ਪ੍ਰਕਾਸ਼, ਜਿਹੜਾ ਆਤਮਾ ਜੋ ਇਹਨਾਂ ਸਾਰਿਆਂ ਦੀ ਕਿਰਿਆ ਕਰਾ ਰਿਹਾ ਹੈ ਦੀਵਾ ਰੂਪ ਹੋ ਕੇ, ਉਹ ਦੀਪਕ ਰੂਪ ਦੀਵੇ ਦੀ ਨਿਆਈ ਚਾਨਣ ਕਰ ਰਿਹਾ। ਬਸ ਇਸੇ ਕਰਕੇ ਆਤਮਾ ਵਿੱਚ ਕੋਈ ਕਿਰਿਆ ਨਹੀਂ। ਆਤਮਾ ਮਾਨੋ ਦੀਵਾ ਆ, ਜਿਵੇਂ ਦੀਵਾ ਰੱਖ ਦਈਦਾ ਇੱਕ ਥਾਂ ਉਹ ਰਹਿੰਦਾ, ਬਾਕੀ ਬੰਦਾ ਭਾਵੇਂ ਰੋਟੀ ਪਕਾਵੇ, ਭਾਵੇਂ ਮੰਦ ਕਰਮ ਕਰੇ, ਭਾਵੇਂ ਪੜ੍ਹੇ ਲਿਖੇ, ਜੋ ਵੀ ਕਿਰਿਆ ਉਹ ਮਨੁੱਖ ਕਰਦਾ। ਦੀਵੇ ਦਾ ਕੋਈ ਕੰਮ ਨਹੀਂ, ਉਹਦਾ ਕੰਮ ਪ੍ਰਕਾਸ਼ ਕਰਨਾ। ਆਤਮਾ ਦਾ ਵੀ ਇੰਨੇ ਕੰਮ, ਉਹਦਾ ਕੰਮ ਪ੍ਰਕਾਸ਼ ਕਰਨਾ। ਬੁੱਧੀ ਚੰਚਲਤਾਈਆਂ ਕਰੇ, ਮਨ ਚੰਚਲਤਾਈਆਂ ਕਰੇ, ਅਹੰ ਵਿਧੀ ਬਿਰਤੀ ਮੈਂ ਕਰੇ, ਹਾਂ ਤੇ ਚਿੱਤ ਚਿਤਵਨੀਆਂ ਕਰੀ ਜਾਵੇ। ਜਿਸ ਦਾ ਅੰਤःਕਰਨ ਦਾ ਸਦਕਾ ਅੱਖਾਂ ਵੇਖੀ ਜਾਣ, ਕੰਨ ਸੁਣੀ ਜਾਣ, ਪੈਰ ਚੱਲੀ ਜਾਣ, ਹੱਥ ਚੱਲੀ ਜਾਣ, ਪ੍ਰਾਣ ਜਿਹੜੇ ਜਾੜਿਆ ਉਹ ਸਤਾ ਪਾ ਕੇ, ਉਹ ਪ੍ਰਕਾਸ਼ ਪਾ ਕੇ ਤੇ ਉਹ ਚੱਲੀ ਜਾਣ। ਇਹ ਸਾਰੀਆਂ ਕਿਰਿਆ ਗੱਲ ਕੀ ਆ, ਆਤਮਾ ਨੂੰ ਛੱਡ ਕੇ ਸਾਰੀਆਂ ਸੂਖਮ ਸਰੀਰ ਤੇ ਸਥੂਲ ਸਰੀਰ ਦੀ ਕਿਰਿਆ ਆ, ਤੇ ਆਤਮਾ ਦੀ ਕੋਈ ਕਿਰਿਆ ਨਹੀਂ। ਇਸ ਕਰਕੇ ਉਹਨੂੰ ਅਕਿਰਿਆ ਵਰਣਨ ਕੀਤਾ, ਕਥਨ ਕੀਤਾ ਹੈ। ਇੱਥੇ ਇਹਨਾਂ ਦੱਸਣ ਦੀ ਕੋਸ਼ਿਸ਼ ਕੀਤੀ ਵੀ ਆਤਮਾ 'ਚ ਕੋਈ ਕਿਰਿਆ ਨਹੀਂ ਹੈ। ਇਹ ਕਿਰਿਆ ਤੇ ਇੰਦਰੀਆਂ ਵਿੱਚ ਆ ਤੇ ਬੁੱਧੀਆਂ ਵਿੱਚ ਆ। ਵਿਸ਼ੇ ਨੂੰ ਗ੍ਰਹਿਣ ਕਰਨ ਵਾਲੀ ਬੁੱਧੀ, ਮਨ, ਚਿੱਤ, ਅਹੰਕਾਰ, ਭਾਵ 5 ਪ੍ਰਾਣ, 5 ਕਰਮ ਇੰਦਰੀ, 5 ਗਿਆਨ ਇੰਦਰੀ ਤੇ ਸਥੂਲ ਸਰੀਰ ਵਿੱਚ ਕਿਰਿਆ ਵਾ। ਆਤਮਾ 'ਚ ਕੋਈ ਕਿਰਿਆ ਨਹੀਂ ਆ। ਉਹ ਤੇ ਇੱਕ ਆਤਮ ਦੀਪਕ ਰੂਪ, ਇੱਕ ਦੀਵੇ ਦੀ ਨਿਆਈ ਆਤਮਾ ਸਿਰਫ ਪ੍ਰਕਾਸ਼ ਹੀ ਕਰ ਰਿਹਾ ਹੈ। ਬਾਕੀ ਇਹ ਜਾਣਨ ਇਹਨਾਂ ਦਾ ਕੰਮ ਜਾਣੇ। ਹੱਥ ਬ੍ਰਹਮ ਵਰਣਨ, ਇਹ ਹੁਣ ਆਪਾਂ ਕੱਲ੍ਹ ਪੜ੍ਹਾਂਗੇ ਕਿਉਂਕਿ ਸਮਾਂ ਕਾਫੀ ਹੋ ਗਿਆ ਹੁਣ, ਤੇ ਇੱਥੇ ਅੱਜ ਸਮਾਪਤੀ ਕਰ ਦਈਏ। ਵਿਖੇ ਬੁੱਧ ਪਾਤਰ ਨੱਚੈ, ਅਹੰਕਾਰ ਢਿੱਗ ਭੂਪ, ਅਹੰਕਾਰ ਰੂਪੀ ਰਾਜਾ ਕੋਲ। ਵਿਸ਼ੇ ਤੇ ਵਿਸ਼ੇ ਨੂੰ ਗ੍ਰਹਿਣ ਕਰਨ ਵਾਲੀ ਬੁੱਧੀ ਮਨ ਨੂੰ ਵੇਸਵਾ, ਪਾਤਰ ਕਹੀਏ ਵੇਸਵਾ, ਕਲਾਕਾਰ ਬਣ ਕੇ ਨੱਚ ਰਹੀ ਹੈ। ਇੰਦਰੀ ਤਾਲ ਮਿਰਦੰਗ ਯੋਤ, ਇੰਦਰੀਆਂ ਜਿਹੜੀਆਂ ਇੰਦਰੀਆਂ ਗਿਆਨ ਇੰਦਰੀਆਂ ਨੇ ਬੜੇ ਕੈਂਸੀਆਂ, ਤੇ ਕਰਮ ਇੰਦਰੀ ਨੇ ਫੜੇ ਮਿਰਦੰਗ ਢੋਲ ਕੇ, ਭੱਜ ਕੇ ਜਿਹੜੇ ਕੰਮ ਕਰਦੇ ਜਾ ਕੇ। ਇਹਦੇ ਸਹਿਤ ਹੈ ਆਤਮ ਦੀਪਕ ਰੂਪ, ਆਤਮਾ ਦੀਵੇ ਦੀ ਨਿਆਈ ਬਸ ਪ੍ਰਕਾਸ਼ ਹੀ ਕਰ ਰਿਹਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਿਚਾਰਾਂ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।